सत श्री अकाल दोस्तों, वैलकम टू डोर स्टैप एजुकेशन पॉइंट। उम्मीद करदा तुसी सब बहुत ही वधिया होने आ। अज दी क्लास विच 7th क्लास दी NCERT दा पॉलिटिकल साइंस सबजैक्ट दा जिहड़ा सैकेंड लैसन हैगा जी, इस पाठ नूं बड़े वधिया तरीके नाल डिस्कस करांगे। ये पाठ तुहाडे PS टैट C टैट एग्जाम लई काफ़ी इंपॉर्टेंट हैगा आ। सो इस वीडियो ਨੂੰ ਤੁਸੀਂ बड़े ही ध्यान ਨਾਲ सुनना है। इस क्लास ਵਿੱਚ ਆਪਾਂ ਕੁਝ ਇੰਪੋਰਟੈਂਟ ਗੱਲਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਸੋ ਇਸ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਐਂਡ ਕਲਾਸ ਤੋਂ ਬਾਅਦ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ। ਆਪਣੇ ਆਪਦੇ ਜਿਹੜੇ WhatsApp ਦੇ ਗਰੁੱਪਸ ਹੁੰਦੇ ਨੇ ਜੀ, ਉਹਨਾਂ ਵਿੱਚ ਵੀ ਸ਼ੇਅਰ ਕਰ ਦਿਓ ਤਾਂ ਕਿ ਮੇਰਾ ਜਿਹੜਾ ਮੋਟੀਵੇਸ਼ਨ ਲੈਵਲ ਹੈਗਾ ਜੀ ਉਹ ਬਣਿਆ ਰਹੇ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਦੀ। ਗੱਲ ਕਰ ਰਹੇ ਹਾਂ ਚੈप्टर नंबर 2 ਦੀ। ਚੈप्टर नंबर 2 ਦਾ ਨਾਮ ਕੀ ਹੈ? ਰੋਲ ਆਫ ਦਾ ਗਵਰਨਮੈਂਟ ਇਨ ਹੈਲਥ, ਕਿ ਸਿਹਤ ਵਿੱਚ ਸਰਕਾਰ ਦੀ ਭੂਮਿਕਾ। ਅੱਜ ਕੱਲ੍ਹ ਤੁਸੀਂ ਵੇਖਦੇ ਹੋ ਮੁਹੱਲਾ ਕਲੀਨਿਕ ਨਾਮ ਦਾ ਜਿਹੜਾ ਦਿੱਲੀ ਮਾਡਲ ਹੈਗਾ ਆ, ਪੰਜਾਬ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਹਸਪਤਾਲ ਤੁਹਾਨੂੰ ਪਹਿਲਾਂ ਤੋਂ ਹੀ ਵੇਖਣ ਨੂੰ ਮਿਲਦੇ ਨੇ ਆਪਣੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ। ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ, ਕਿਹਦੇ ਦੁਆਰਾ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਐਂਡ ਇਹਦੇ ਵਿੱਚ ਤੁਹਾਨੂੰ ਕਿਹੜੀਆਂ ਕਮੀਆਂ ਵੇਖਣ ਨੂੰ ਮਿਲਦੀਆਂ ਨੇ। ਇੱਕ ਆਪਾਂ ਨਿਗਾਹ ਮਾਰਾਂਗੇ ਕਿ ਆਪਣੇ ਭਾਰਤ ਦੇ ਹੈਲਥ ਦੇ ਫੀਲਡ ਵਿੱਚ ਕਿੰਨਾ ਕੁ ਕੰਮ ਕੀਤਾ ਹੋਇਆ, ਕਿੰਨਾ ਕੰਮ ਨਹੀਂ ਕੀਤਾ ਹੋਇਆ। ਸੋ ਵੇਖਦੇ ਹਾਂ ਸਾਰੀਆਂ ਗੱਲਾਂ ਨੂੰ। ਆਪਾਂ ਰਹਿ ਕਿੱਥੇ ਰਹੇ ਹਾਂ? ਆਪਾਂ ਡੈਮੋਕ੍ਰੇਸੀ, ਆਪਾਂ ਲੋਕਤੰਤਰ ਵਿੱਚ ਰਹਿ ਰਹੇ ਹਾਂ, ਜਿੱਥੇ ਲੋਕ ਕੀ ਕਰਦੇ ਨੇ ਜੀ, ਲੋਕ ਆਪਦੀ ਸਰਕਾਰ ਨੂੰ ਖੁਦ ਹੀ ਚੁਣਦੇ ਆ। ਬਟ ਇੱਥੇ ਲੋਕ ਜਿਹੜੇ ਹੁੰਦੇ ਨੇ, ਇਹ ਜਦੋਂ ਸਰਕਾਰਾਂ ਚੁਣ ਲੈਂਦੇ ਆ ਤੇ ਆਪਾਂ ਐਕਸਪੈਕਟ ਵੀ ਤਾਂ ਕਰਾਂਗੇ ਨਾ ਕੁਝ, ਕਿ ਜਿਹੜੀ ਸਰਕਾਰ ਆਈ ਹੈ ਚੁਣ ਕੇ, ਉਹ ਆਪਣੀ ਭਲਾਈ ਲਈ ਕੋਈ ਕੰਮ ਕਰੇ। ਆਪਾਂ ਇਹੀ ਆਸ ਰੱਖਦੇ ਹਾਂ ਕਿ ਜਿਹੜੀ ਸਰਕਾਰ ਹੋਊਗੀ ਉਹ ਸਿੱਖਿਆ ਦੇ ਖੇਤਰ ਵਿੱਚ ਕੰਮ ਕਰੇ, ਸਿੱਖਿਆ ਦੇ ਨਾਲ ਨਾਲ ਸਿਹਤ ਦਾ ਜਿਹੜਾ ਫੀਲਡ ਹੈਗਾ ਆ, ਖੇਤਰ ਹੈਗਾ ਆ, ਉਹਦੇ ਵਿੱਚ ਵੀ ਕੰਮ ਕਰੇ, ਸਾਨੂੰ ਰੁਜ਼ਗਾਰ ਦੇਵੇ ਵੱਧ ਤੋਂ ਵੱਧ। ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈਗੀਆਂ ਸਾਰਿਆਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਵੇ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਵਗੈਰਾ ਵੀ ਪ੍ਰੋਵਾਈਡ ਕਰਵਾਵੇ। ਜੇਕਰ ਸੜਕਾਂ ਟੁੱਟੀਆਂ ਭੱਜੀਆਂ ਹੋਈਆਂ, ਪਿੰਡਾਂ ਵਿੱਚ ਸੜਕਾਂ ਨਹੀਂ ਪਹੁੰਚੀਆਂ ਅਜੇ ਤੱਕ, ਉੱਥੇ ਵੀ ਸੜਕਾਂ ਦਾ ਜਿਹੜਾ ਕੰਮ ਹੈਗਾ ਉਹ ਸਰਕਾਰ ਦੁਆਰਾ ਕੀਤਾ ਜਾਵੇ। ਬਿਜਲੀ ਜੇਕਰ ਕਿਸੇ ਘਰ ਵਿੱਚ ਨਹੀਂ ਹੈਗੀ ਤੇ ਬਿਜਲੀ ਵਗੈਰਾ ਪ੍ਰੋਵਾਈਡ ਕਰਾਉਣ ਦਾ ਜਿਹੜਾ ਕੰਮ ਹੈਗਾ ਆ, ਸਿੱਖਿਆ ਹੋਊਗੀ, ਸਾਰੀਆਂ ਚੀਜ਼ਾਂ ਦਾ ਜਿਹੜਾ ਕੰਮ ਹੈਗਾ ਆ ਉਹ ਕਿਹਦਾ ਕੰਮ ਆ? ਆਪਾਂ ਹੋਪ ਕਰਦੇ ਹਾਂ, ਉਮੀਦ ਕਰਦੇ ਹਾਂ, ਆਸ਼ਾ ਕਰਦੇ ਹਾਂ ਕਿ ਇਹ ਸਾਰੇ ਕੰਮ ਜਿਹੜੇ ਹੈਗੇ ਨੇ ਕੌਣ ਕਰਕੇ ਦੇਵੇ? ਸਰਕਾਰ। ਕਿਉਂ? ਕਿਉਂਕਿ ਅਸੀਂ ਸਰਕਾਰ ਨੂੰ ਚੁਣਿਆ ਆ, ਅਸੀਂ ਸਰਕਾਰ ਨੂੰ ਵੋਟਾਂ ਪਾਈਆਂ ਨੇ। ਐਂਡ ਹੈਲਥ ਹੁੰਦੀ ਕੀ ਹੈ? ਆਪਾਂ ਹੈਲਥ ਦੀ ਗੱਲ ਕਰ ਰਹੇ ਹਾਂ, ਬਟ ਇਹ ਸਿਹਤ ਹੈਗੀ ਕੀ ਆ? ਜੇਕਰ ਕੋਈ ਪਰਸਨ ਹੈ ਉਹ ਬਿਮਾਰ ਨਹੀਂ ਹੋ ਰਿਹਾ, ਹੈਲਦੀ ਹੈ, ਤੁਰਿਆ ਫਿਰਦਾ, ਉਹਨੂੰ ਕੋਈ ਸਮੱਸਿਆ ਨਹੀਂ ਹੈਗੀ, ਉੱਠਣ ਬੈਠਣ ਵਿੱਚ ਕੋਈ ਤਕਲੀਫ ਨਹੀਂ ਹੈਗੀ ਐਂਡ ਉਹਨੂੰ ਕੋਈ ਕੰਮ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ, ਉਹਨੂੰ ਵਿਖਦਾ ਵਧੀਆ ਤਰੀਕੇ ਨਾਲ ਸਾਰੇ ਕੰਮ ਉਹ ਵਧੀਆ ਕਰ ਰਿਹਾ। ਸੋ ਆਪਾਂ ਕਿਸੇ ਵੀ ਪਰਸਨ ਨੂੰ ਹੈਲਦੀ ਕਹਿ ਸਕਦੇ ਹਾਂ ਜੇਕਰ ਇਹ ਸਾਰੇ ਗੁਣ ਉਹਦੇ ਵਿੱਚ ਹੈਗੇ ਨੇ। ਸੋ ਆਪਾਂ ਕੀ ਕਹਿੰਦੇ ਆ ਜੀ, ਬਿਮਾਰੀਆਂ ਅਤੇ ਸੱਟਾਂ ਤੋਂ ਮੁਕਤ ਰਹਿਣ ਦੀ ਜਿਹੜੀ ਯੋਗਤਾ ਹੈਗੀ ਆ, ਇਸ ਨੂੰ ਵੀ ਕਹਿ ਸਕਦੇ ਹਾਂ ਕਿ ਕੋਈ ਪਰਸਨ ਹੈਲਦੀ ਹੈਗਾ ਆ। ਐਂਡ ਸਿਰਫ ਹੈਲਦੀ ਰਹਿਣਾ ਹੀ ਕਾਫੀ ਨਹੀਂ ਹੈਗਾ। ਜੇਕਰ ਮੰਨ ਲਓ ਕੋਈ ਪਰਸਨ ਹੈਲਦੀ ਹੈ, ਜੇਕਰ ਹੈਲਦੀ ਪਰਸਨ ਨੂੰ ਪ੍ਰੋਪਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕਹਿ ਸਕਦੇ ਹਾਂ ਕਿ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਐਂਡ ਉਹ ਕੁਝ ਇਸ ਤਰ੍ਹਾਂ ਦੇ এনवायरमेंट ਵਿੱਚ, ਵਾਤਾਵਰਣ ਵਿੱਚ ਰਹਿ ਰਿਹਾ ਜਿੱਥੇ ਫੈਕਟਰੀਆਂ ਬਹੁਤ ਜ਼ਿਆਦਾ ਹੈ। ਫੈਕਟਰੀਆਂ ਜ਼ਿਆਦਾ ਹੋਣ ਕਰਕੇ ਹੋਊਗਾ ਕਿ ਉਹ ਬਿਮਾਰ ਹੋ ਜਾਊਗਾ, ਗੰਦਾ ਪਾਣੀ ਪੀਊਗਾ ਫਿਰ ਵੀ ਬਿਮਾਰ ਹੋ ਜਾਊਗਾ। ਜੇਕਰ ਉਹਨੂੰ ਪ੍ਰੋਪਰ ਫੂਡ ਨਾ ਮਿਲੂਗਾ, ਜਿਵੇਂ ਕਿ ਆਪਣੇ ਫੂਡ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਆਇਰਨ, ਆਇਓਡੀਨ, ਵਿਟਾਮਿਨਸ, ਕਿੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜੇਕਰ ਇਹ ਸਾਰੀਆਂ ਚੀਜ਼ਾਂ ਆਪਣੇ ਫੂਡ ਵਿੱਚ ਨਾ ਹੋਣਗੀਆਂ ਤੇ ਜਿਹੜੇ ਲੋਕ ਹੋਣਗੇ ਉਹ ਕਿਸ ਤਰ੍ਹਾਂ ਦੇ ਹੋਣਗੇ? ਉਹ ਕੁਪੋਸ਼ਣ ਦਾ ਜਿਹੜੇ ਸ਼ਿਕਾਰ ਹੁੰਦੇ ਨੇ, ਮੈਲ ਨਰਿਸ਼ਡ ਹੋਣਗੇ ਜਿਹੜੇ ਬੱਚੇ ਹੋਣਗੇ। ਸੋ ਇਹ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਸੋ ਹੈਲਥ ਦੇ ਨਾਲ ਨਾਲ ਇਹਨਾਂ ਚੀਜ਼ਾਂ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਭਾਰਤ ਜਿਹੜਾ ਹੈਗਾ ਆ, ਹੁਣ ਜਿਹੜੀਆਂ ਗੱਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਨਾ, ਤੁਸੀਂ ਕਹਿਣਾ ਕਿ ਵਾਹ ਵੀ ਵਾਹ, ਆਪਣੇ ਭਾਰਤ ਵਿੱਚ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਨੇ। ਇੱਕ ਵਾਰ ਵੇਖਦੇ ਹਾਂ ਭਾਰਤ ਵਿੱਚ, ਇੱਥੇ ਗੱਲ ਕੀਤੀ ਜਾ ਰਹੀ ਹੈ ਦੁਨੀਆ ਵਿੱਚ ਸਭ ਤੋਂ ਵੱਧ ਮੈਡੀਕਲ ਕਾਲਜ ਹੈਗੇ ਆ। ਤੁਸੀਂ ਸੋਚੋ ਕਿ ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਜਿਹੜੇ ਮੈਡੀਕਲ ਕਾਲਜ ਹੈਗੇ ਨੇ ਜੀ, ਉਹ ਭਾਰਤ ਵਿੱਚ ਪਾਏ ਜਾਂਦੇ ਆ ਤੇ ਡਾਕਟਰਾਂ ਦਾ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਮਤਲਬ ਕਿ ਵਨ ਆਫ ਦਾ ਕੰਟਰੀ ਹੈਗਾ ਆ ਆਪਣਾ ਭਾਰਤ, ਜਿੱਥੇ ਡਾਕਟਰਾਂ ਦਾ ਜਿਹੜਾ ਉਤਪਾਦਨ ਹੈਗਾ ਆ, ਮਤਲਬ ਕਿ ਆਪਣੇ ਭਾਰਤ ਦੇਸ਼ ਵਿੱਚ ਬਹੁਤ ਸਾਰੇ ਡਾਕਟਰ ਬਣਦੇ ਨੇ ਹਰ ਸਾਲ। ਤੇ ਇੱਥੇ ਹੋਰ ਗੱਲ ਕੀ ਕੀਤੀ ਜਾ ਰਹੀ ਹੈ ਕਿ ਹਰ ਸਾਲ 15,000 ਜਿਹੜੇ ਨਵੇਂ ਡਾਕਟਰ ਨੇ ਉਹ ਕੁਆਲੀਫਾਈ ਕਰਦੇ ਆ। ਜਿਵੇਂ ਕਿ ਆਪਾਂ ਟੈਟ ਕੁਆਲੀਫਾਈ ਕਰਦੇ ਆ ਨਾ, ਇਸੇ ਤਰ੍ਹਾਂ ਹੀ ਇਹ ਵੀ ਕੁਆਲੀਫਾਈ ਕਰਦੇ ਆ ਕੀ ਬਣਨ ਦੇ ਲਈ? ਡਾਕਟਰ ਬਣਨ ਦੇ ਲਈ। ਆਪਦੀ ਜਿਹੜੀ ਯੋਗਤਾ ਹੁੰਦੀ ਆ, ਕੁਆਲੀਫਿਕੇਸ਼ਨਸ ਹੁੰਦੀਆਂ ਨੇ ਡਾਕਟਰ ਬਣਨ ਦੇ ਲਈ,
ਇਹ ਯੋਗਤਾ ਪੂਰੀ ਕਰਦੇ ਆ। ਮੈਂ ਹਰ ਸਾਲ ਦੀ ਗੱਲ ਕਰ ਰਿਹਾ ਐਂਡ ਇਹ ਜਿਹੜੇ ਆંકੜੇ ਆਪਾਂ ਲੈ ਰਹੇ ਹਾਂ ਕਾਫੀ ਵੈਸੇ ਪੁਰਾਣੇ ਆંકੜੇ ਹੈਗੇ ਆ, ਬਟ NCERT ਦੀਆਂ ਕਿਤਾਬਾਂ ਵਿੱਚੋਂ ਸਮਝਾਉਣ ਲਈ ਇਹ ਪੁਰਾਣੇ ਆંકੜੇ ਹੀ ਦਿੱਤੇ ਹੋਏ ਆ। ਇੱਥੇ ਲਗਭਗ ਕਹਿ ਸਕਦੇ ਹਾਂ ਕਿ ਵੇਖੋ ਜਿਵੇਂ ਕਿ 1950 ਦੀ ਗੱਲ ਕੀਤੀ ਹੈ ਕਿ 2717 ਹਸਪੀਟਲ ਜਿਹੜੇ ਸਰਕਾਰੀ ਹਸਪਤਾਲਾਂ ਦੀ ਆਪਾਂ ਮੇਨਲੀ ਇੱਥੇ ਗੱਲ ਕਰ ਰਹੇ ਹਾਂ ਐਂਡ ਇਹ ਗੱਲ ਆਪਾਂ 1950 ਦੀ ਕਰ ਰਹੇ ਹਾਂ। ਜੇਕਰ ਆਪਾਂ ਗੱਲ ਕਰਦੇ ਹਾਂ 2000 ਦੀ, ਸਨ 2000 ਦੇ ਵਿੱਚ 18218 ਜਿਹੜੇ ਹਸਪੀਟਲ ਹੈਗੇ ਸੀ ਇਹ ਵੇਖਣ ਨੂੰ ਮਿਲੇ। ਤੁਸੀਂ ਹੁਣ ਵੇਖੋ ਕਿੰਨਾ ਵੱਡਾ ਜੰਪ ਹੈਗਾ ਆ ਇਸ ਗਿਣਤੀ ਦੇ ਵਿੱਚ। ਮਤਲਬ ਇਹ ਕਿ ਹਸਪਤਾਲਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਆ। ਤੇ ਕਈ ਦੇਸ਼ਾਂ ਤੋਂ ਜਿਹੜੇ ਮੈਡੀਕਲ ਸੈਲਾਨੀ ਹੁੰਦੇ ਨੇ, ਮੈਡੀਕਲ ਸੈਲਾਨੀ ਕਿਹੜੇ ਹੁੰਦੇ ਨੇ ਕਿ ਜਿਹੜੇ ਟੂਰਿਸਟ ਆਉਂਦੇ ਨੇ। ਟੂਰਿਸਟ ਕਿਉਂ ਆਉਂਦੇ ਨੇ ਜੀ? ਆਪਦਾ ਇਲਾਜ ਕਰਾਉਣ ਲਈ। ਤੁਸੀਂ ਕਹਿਣਾ ਕਿ ਸਰ ਦੂਜੇ ਦੇਸ਼ਾਂ ਤੋਂ ਟੂਰਿਸਟ ਆਪਣੇ ਦੇਸ਼ ਵਿੱਚ ਆਉਂਦੇ ਨੇ ਇਲਾਜ ਕਰਾਉਣ ਲਈ? ਕੁਝ ਲੋਕਾਂ ਨੂੰ ਸ਼ਾਇਦ, ਕੁਝ ਸਟੂਡੈਂਟਸ ਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਵੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ। ਬਿਲਕੁਲ ਆਉਂਦੇ ਨੇ। ਜਿਵੇਂ ਕਈ ਅਮਰੀਕਨ ਲੋਕ ਵੀ ਆਉਂਦੇ ਨੇ। ਤੁਸੀਂ ਕਹਿਣਾ ਕਿ ਅਮਰੀਕਾ ਵਰਗੀ ਕੰਟਰੀ ਇੰਨੀ ਜ਼ਿਆਦਾ ਡਿਵੈਲਪਡ ਹੈਗੀ ਆ, USA ਦੀ ਜੇ ਆਪਾਂ ਗੱਲ ਕਰੀਏ, ਕਿ ਉੱਥੋਂ ਲੋਕ ਵੀ ਆਉਂਦੇ ਹੈਗੇ ਆਪਣੇ ਭਾਰਤ ਵਿੱਚ। ਤੇ ਉੱਥੋਂ ਦੇ ਜਿਹੜੇ ਲੋਕ ਹੈਗੇ ਆ, ਉੱਥੇ ਤੁਹਾਨੂੰ ਪਤਾ ਅਮਰੀਕਾ ਵਰਗੀਆਂ ਕੰਟਰੀਆਂ ਵਿੱਚ ਜਿਹੜੇ ਇਲਾਜ ਹੈਗੇ ਆ ਉਹ ਬਹੁਤ ਮਹਿੰਗੇ ਹੈਗੇ ਆ। ਗੌਰਮੈਂਟ ਫੈਸਿਲਿਟੀਜ਼ ਦਿੰਦੀ ਹੈ ਉਹ ਤਾਂ ਗੱਲ ਵੱਖਰੀ ਹੈ, ਬਟ ਉੱਥੇ ਇਲਾਜ ਜਿਹੜਾ ਮਹਿੰਗਾ ਹੁੰਦਾ ਆ। ਤੇ ਆਪਣੇ ਭਾਰਤ ਵਿੱਚ ਉਹੀ ਸੇਮ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਜਦੋਂ ਆਉਂਦੇ ਨੇ ਉਹਨਾਂ ਨੂੰ ਉਹ ਜਿਹੜਾ ਇਲਾਜ ਹੁੰਦਾ ਆ ਉਹ ਸਸਤਾ ਪੈਂਦਾ ਆ, ਕਿਉਂਕਿ ਉੱਥੇ ਉਹਨਾਂ ਨੇ ਜਿਹੜੀ ਅਰਨਿੰਗ ਕੀਤੀ ਹੁੰਦੀ ਆ ਇੱਥੇ ਦੇ ਕੰਪੈਰੀਜ਼ਨ, ਭਾਰਤ ਦੇ ਕੰਪੈਰੀਜ਼ਨ ਜ਼ਿਆਦਾ ਹੁੰਦੀ ਆ। ਸੋ ਇੱਥੇ ਇਹਨਾਂ ਨੂੰ ਸੌਖਾ ਲੱਗਦਾ ਆ। ਸੋ ਮੈਡੀਕਲ ਸੈਲਾਨੀ ਵੀ ਕਾਫੀ ਸਾਰੇ ਦੇਸ਼ਾਂ ਤੋਂ ਆਉਂਦੇ ਹੈਗੇ ਆ ਆਪਣੇ ਭਾਰਤ ਦੇਸ਼ ਵਿੱਚ। ਤੇ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਵਾਈਆਂ ਦਾ ਉਤਪਾਦਕ ਵੀ ਹੈਗਾ ਆ। ਤੁਹਾਨੂੰ ਯਾਦ ਹੋਣਾ ਕੋਵਿਡ ਦੇ ਟਾਈਮ ਵਿੱਚ ਆਪਣੇ ਭਾਰਤ ਨੇ ਜਿਹੜੀ ਕੋਵਿਡ ਵੈਕਸੀਨ ਹੈਗੀ ਆ, ਠੀਕ ਹੈ ਜੀ, ਕੋਵੈਕਸੀਨ ਹੋਵੇ ਭਾਵੇਂ ਕੋਵਿਸ਼ੀਲਡ ਹੋਵੇ, ਇਸ ਤਰ੍ਹਾਂ ਦੀਆਂ ਵੈਕਸੀਨਾਂ ਨੂੰ ਵੀ ਵੇਖੋ ਕਿੰਨਾ ਜ਼ਿਆਦਾ ਐਕਸਪੋਰਟ ਕੀਤਾ। ਇਹ ਤਾਂ ਚਲੋ ਆਪਣੇ ਭਾਰਤ ਦੀ ਦਰਿਆ ਦੇ ਲਈ ਕਹਿ ਸਕਦੇ ਹਾਂ ਕਿ ਕਾਫੀ ਸਾਰੇ ਦੇਸ਼ਾਂ ਨੂੰ, ਅਫਗਾਨਿਸਤਾਨ ਵਰਗੀਆਂ ਕੰਟਰੀਆਂ ਨੂੰ, ਹੋਰ ਨਿੱਕੀਆਂ ਮੋਟੀਆਂ ਗਰੀਬ ਜਿਹੜੇ ਦੇਸ਼ ਹੈਗੇ ਆ ਜੀ ਭੂਟਾਨ ਵਰਗੇ, ਉੱਥੇ ਵੀ ਭਾਰਤ ਨੇ ਫ੍ਰੀ ਵਿੱਚ ਵੈਕਸੀਨ ਦਿੱਤੀ ਸੀਗੀ। ਮਤਲਬ ਕਿ ਤੀਜਾ ਸਭ ਤੋਂ ਵੱਡਾ ਮੈਡੀਸਿਨ ਦਾ ਉਤਪਾਦਕ ਹੈਗਾ ਆ। ਇਹ ਸਾਰੀਆਂ ਚੀਜ਼ਾਂ ਫੇਰ ਹੀ ਪੋਸੀਬਲ ਹੋ ਸਕੀਆਂ ਆ, ਅਦਰਵਾਈਜ਼ ਇਹ ਸਭ ਕਿੱਥੋਂ ਪੋਸੀਬਲ ਹੋਣਾ ਸੀ? ਇਹ ਤਾਂ ਤੁਸੀਂ ਪੋਜ਼ਿਟਿਵ ਗੱਲਾਂ ਸੁਣੀਆਂ। ਤੁਸੀਂ ਕਹਿਣਾ ਕਿ ਵੀ ਆਪਣੇ ਭਾਰਤ ਵਿੱਚ ਤਾਂ ਕਾਫੀ ਸਾਰੀਆਂ ਚੀਜ਼ਾਂ ਮਤਲਬ ਅਵੇਲੇਬਲ ਹੈਗੀਆਂ ਆ। ਸੋ ਪ੍ਰੋਬਲਮ ਕੀ ਹੈਗੀ ਆ? ਪ੍ਰੋਬਲਮ ਦੀ ਗੱਲ ਆਪਾਂ ਹੁਣ ਕਰਦੇ ਹਾਂ ਕਿ ਜ਼ਿਆਦਾਤਰ ਜਿਹੜੇ ਡਾਕਟਰ ਹੈਗੇ ਆ, ਆਪਾਂ ਗੱਲ ਤਾਂ ਕੀਤੀ ਕਿ ਹਰ ਸਾਲ 15,000 ਡਾਕਟਰ ਵੀ ਐਲੀਜੀਬਲ ਹੋ ਜਾਂਦੇ ਆ, ਬਟ ਗੱਲ ਕਰਦੇ ਆ ਕਿ ਜਿਹੜੇ ਡਾਕਟਰ ਨੇ ਜ਼ਿਆਦਾਤਰ ਇਹ ਸ਼ਹਿਰੀ ਖੇਤਰਾਂ ਤੋਂ ਬਿਲੋਂਗ ਕਰਦੇ ਆ। ਸ਼ਹਿਰੀ ਖੇਤਰਾਂ ਦਾ ਮਤਲਬ ਇਹ ਹੋ ਗਿਆ ਕਿ ਪਿੰਡ ਵਿੱਚ ਤਾਂ ਹੋਣੇ ਨਹੀਂ ਆ ਡਾਕਟਰ। ਪਿੰਡਾਂ ਵਿੱਚ ਇਹਨਾਂ ਡਾਕਟਰਾਂ ਦੀ ਗਿਣਤੀ ਤਾਂ ਬੜੀ ਘੱਟ ਹੋਊਗੀ, ਨਾ ਮਾਤਰ ਵੀ ਆਪਾਂ ਸਮਝ ਸਕਦੇ ਹਾਂ। ਤੇ ਪੇਂਡੂ ਖੇਤਰਾਂ ਦੇ ਜਿਹੜੇ ਲੋਕਾਂ ਨੂੰ ਡਾਕਟਰ ਤੱਕ ਪਹੁੰਚਣ ਲਈ ਲੰਬੀ ਦੂਰੀ ਦਾ ਸਫ਼ਰ ਤੈਅ ਕਰਨਾ ਪੈਂਦਾ ਆ। ਕਈ ਵਾਰ ਤੁਸੀਂ TV ਵਿੱਚ ਵੀ ਵੇਖਿਆ ਹੋਣਾ ਕਿ ਪ੍ਰੈਗਨੈਂਟ ਲੇਡੀਜ਼ ਨੂੰ ਕਈ ਵਾਰ ਤੁਰ ਕੇ ਵੀ ਜਾਣਾ ਪੈਂਦਾ ਆ। ਤੁਸੀਂ ਵੇਖ ਲਓ ਕਿੰਨੀ ਤਰਸਯੋਗ ਹਾਲਤ ਹੁੰਦੀ ਆ ਜਦੋਂ ਆਪਾਂ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, YouTube ਤੇ ਇਸ ਤਰ੍ਹਾਂ ਦੀਆਂ ਜਦੋਂ ਵੀਡੀਓਜ਼ ਵੇਖਦੇ ਆ। ਸੋ ਇਹ ਗੱਲ ਆਪਾਂ ਇਮੇਜਿਨ ਕਰਕੇ ਵੇਖ ਸਕਦੇ ਹਾਂ ਕਿ ਇਹ ਕਿੰਨੀ ਜ਼ਿਆਦਾ ਵਿਡੰਬਨਾ ਕਹਿ ਲਓ, ਹੈ ਨਾ, ਵੀ ਇੱਕ ਪਾਸੇ ਤਾਂ ਆਪਣੇ ਕਿੰਨੀਆਂ ਫੈਸਿਲਿਟੀਜ਼ ਹੈਗੀਆਂ ਆ, ਬਟ ਕੁਝ ਪਿੰਡਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਤਾਂ ਪ੍ਰੋਪਰ ਹਸਪੀਟਲ ਹੀ ਨਹੀਂ ਹੈਗੇ। ਐਂਡ ਆਪਣੇ ਜਿਹੜੇ ਹਸਪੀਟਲ ਹੈਗੇ ਆ, ਹਰ ਸਾਲ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ TB ਨਾਮ ਦੀ ਬਿਮਾਰੀ ਤੁਸੀਂ ਜ਼ਰੂਰ ਸੁਣੀ ਹੋਊਗੀ, ਟਿਊਬਰਕਲੋਸਿਸ ਕਹਿ ਦਿੰਦੇ ਆ, ਕਿ ਹਰ ਸਾਲ 5 ਲੱਖ ਮੌਤਾਂ ਹੋ ਜਾਂਦੀਆਂ ਨੇ। 5 ਲੱਖ ਮੌਤ ਹੋ ਜਾਂਦੀ ਹੈ ਟਿਊਬਰਕਲੋਸਿਸ ਕਰਕੇ ਹਰ ਸਾਲ। ਤੁਸੀਂ ਸੋਚ ਸਕਦੇ ਹੋ, ਇਮੇਜਿਨ ਕਰਕੇ ਵੇਖੋ। ਤੇ 20 ਲੱਖ ਜਿਹੜੇ ਮਾਮਲੇ ਹੈਗੇ ਆ ਮਲੇਰੀਆ ਦੇ, ਤੁਸੀਂ ਸੋਚੋ 20 ਲੱਖ ਮਾਮਲੇ ਮਲੇਰੀਆ ਦੇ ਹਰ ਸਾਲ ਉਹ ਵੇਖਣ ਨੂੰ ਮਿਲਦੇ ਆ। ਹੁਣ ਭਾਵੇਂ ਇਹ ਗਿਣਤੀ ਵੱਧ ਗਈ ਹੋਵੇ, ਬਟ ਵੈਸੇ ਗੱਲ ਕਰ ਰਹੇ ਹਾਂ ਕਿ ਨਾਰਮਲੀ ਆਪਾਂ ਨੂੰ ਇੰਨੇ ਮਾਮਲੇ ਵੇਖਣ ਨੂੰ ਮਿਲਦੇ ਆ। ਤੇ ਆਪਾਂ ਜਿਹੜੇ ਹੈਗੀ ਆ ਸਰਕਾਰ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਲੋਕਾਂ ਨੂੰ ਪੀਣ ਵਾਲਾ ਪ੍ਰੋਪਰ ਜਿਹੜਾ ਪਾਣੀ ਹੈਗਾ ਆ ਉਹ ਵੀ ਨਹੀਂ ਪ੍ਰੋਵਾਈਡ ਕਰਾ ਪਾਉਂਦੀ। ਤੇ ਪਾਣੀ ਨਾ ਪੀਣ ਕਰਕੇ ਵਧੀਆ ਪਾਣੀ ਉਹਨਾਂ ਨੂੰ ਮਿਲੂਗਾ ਨਹੀਂ, ਤੇ ਜਿਹਦੇ ਕਰਕੇ ਲੋਕਾਂ ਨੇ ਬਿਮਾਰ ਹੀ ਹੋਣਾ ਆ। ਬਿਮਾਰ ਹੋਣਗੇ ਤੇ ਫਿਰ ਲੋਕਾਂ ਨੇ ਕਹਿ ਸਕਦੇ ਆ ਮੌਤ ਵੀ ਹੋਊਗੀ ਜੇਕਰ ਉਹਨਾਂ ਦੀ ਬਿਮਾਰੀ ਦਾ ਕਿਉਰ ਨਾ ਕੀਤਾ ਗਿਆ, ਇਲਾਜ ਨਾ ਕੀਤਾ ਗਿਆ। ਤੇ ਇੱਥੇ ਇੱਕ ਹੋਰ ਗੱਲ ਕੀਤੀ ਗਈ ਹੈ ਕਿ 21% ਆਫ ਕਮਿਊਨੀਕੇਬਲ ਡਿਸੀਜ਼ਜ਼, ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਡਿਸੀਜ਼ਜ਼ ਜਿਹੜੀਆਂ ਕਿ ਇੱਕ ਦੂਜੇ ਨਾਲ ਛੂਹਣ ਨਾਲ, ਹੈ ਨਾ, ਤੇ ਜਿਹੜੀਆਂ ਫੈਲ ਜਾਂਦੀਆਂ ਨੇ, 21% ਜਿਹੜੀਆਂ ਬਿਮਾਰੀਆਂ ਨੇ ਇਸ ਤਰ੍ਹਾਂ ਦੀਆਂ, ਠੀਕ ਹੈ, ਇਹ ਪਾਣੀ ਤੋਂ ਨਿਕਲੀਆਂ ਹੋਈਆਂ ਬਿਮਾਰੀਆਂ ਨੇ। ਮਤਲਬ ਕਿ ਗੰਦੇ ਪਾਣੀ ਹੋਣ ਕਰਕੇ ਜਾਂ ਫਿਰ ਕਿਤੇ ਪਾਣੀ ਖੜਾ ਆ ਤੇ ਉਹਦੇ ਕਰਕੇ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਫੈਲ ਜਾਂਦੀਆਂ ਨੇ। 21% ਕਮਿਊਨੀਕੇਬਲ ਡਿਸੀਜ਼ਜ਼ ਉਹ ਪਾਣੀ ਕਰਕੇ ਹੀ ਹੁੰਦੀਆਂ ਨੇ। ਜਿਵੇਂ ਕਿ ਦਸਤ ਜਿਹੜਾ ਹੁੰਦਾ ਆ, ਦਸਤ ਦੇ ਨਾਲ ਆਪਾਂ ਕਹਿ ਸਕਦੇ ਹਾਂ
ਵਰਮਸ, ਦਸਤ ਨੂੰ ਡਾਇਰੀਆ ਕਹਿ ਦਿੰਦੇ ਆਪਾਂ ਅੰਗਰੇਜ਼ੀ ਵਿੱਚ। ਵਰਮਸ ਜਿਹੜੇ ਕੀੜੇ ਵਗੈਰਾ ਆ ਜਾਂਦੇ ਆ ਢਿੱਡ ਦੀ ਮੈਂ ਗੱਲ ਕਰ ਰਿਹਾ। ਹੈਪੇਟਾਈਟਸ ਨਾਮ ਦੀ ਬਿਮਾਰੀ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਕੁਝ ਬਿਮਾਰੀਆਂ ਹੈਗੀਆਂ ਨੇ ਜੀ। ਇਹ ਕਿਵੇਂ ਹੁੰਦੀਆਂ ਨੇ? ਇਹ ਪਾਣੀ ਕਰਕੇ ਹੋ ਜਾਂਦੀਆਂ ਨੇ। ਤੇ ਜਿੰਨੇ ਆਪਣੇ ਭਾਰਤ ਵਿੱਚ ਬੱਚੇ ਨੇ ਉਹਨਾਂ ਵਿੱਚੋਂ ਜਿਹੜੇ ਅੱਧੇ ਬੱਚੇ ਹੈਗੇ ਆ, ਹਾਫ ਮੈਂ ਬੱਚਿਆਂ ਦੀ ਗੱਲ ਕਰ ਰਿਹਾ, ਸਾਰੇ ਬੱਚਿਆਂ ਦੀ ਗਿਣਤੀ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਵਿੱਚੋਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪ੍ਰੋਪਰ ਖਾਣਾ ਨਹੀਂ ਮਿਲਦਾ। ਪ੍ਰੋਪਰ ਖਾਣਾ ਨਾ ਮਿਲਣ ਕਰਕੇ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ। ਉਹਨਾਂ ਦੀਆਂ ਹੱਡੀਆਂ, ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਉਹਨਾਂ ਦੇ ਜਿਹੜੇ ਹੱਡ ਹੈਗੇ ਆ ਬਾਹਰ ਆਏ ਹੁੰਦੇ ਆ। ਕਈ ਵਾਰ ਉਹਨਾਂ ਦਾ ਫੇਸ ਵੀ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ਹੋਰ ਤਰ੍ਹਾਂ ਦਾ ਲੱਗਦਾ ਹੁੰਦਾ। ਸੋ ਇਹ ਕਿਉਂ ਹੁੰਦਾ? ਕਿਉਂਕਿ ਉਹਨਾਂ ਨੂੰ ਪ੍ਰੋਪਰ ਫੂਡ ਨਹੀਂ ਮਿਲਦਾ। ਤੇ ਬਿਮਾਰੀਆਂ ਨੂੰ ਰੋਕਣ ਲਈ, ਇਲਾਜ ਕਰਨ ਲਈ ਸਰਕਾਰ ਕੀ ਕਰਦੀ ਹੈ? ਸਰਕਾਰ ਸਿਹਤ ਕੇਂਦਰ ਜਿਹੜੇ ਹੈਗੇ ਆ ਉਹ ਖੋਲ੍ਹਦੀ ਹੈ। ਜਿਵੇਂ ਕਿ ਹਸਪਤਾਲ ਹੁੰਦੇ ਨੇ, ਇਹੋ ਜਿਹੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਸਰਕਾਰ ਦੁਆਰਾ। ਜਾਂਚ ਲਈ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਟੈਸਟ ਵਗੈਰਾ ਕੀਤੇ ਜਾਂਦੇ ਆ। ਮੈਡੀਕਲ ਟੈਸਟ ਦੀ ਮੈਂ ਗੱਲ ਕਰ ਰਿਹਾ। ਇਸ ਤੋਂ ਬਾਅਦ ਕੁਝ ਐਂਬੂਲੈਂਸ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਬਲੱਡ ਬੈਂਕ ਵੀ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ। ਕਰਮਚਾਰੀਆਂ ਨੂੰ ਸਾਂਭਣ ਲਈ, ਨਰਸਾਂ ਨੂੰ ਪੈਸੇ ਦੇਣ ਲਈ, ਡਾਕਟਰਾਂ, ਦਵਾਈਆਂ, ਇਹਨਾਂ ਸਾਰੀਆਂ ਚੀਜ਼ਾਂ ਦਾ ਕਹਿ ਲਓ ਕਿ ਆਪਾਂ ਨੂੰ ਕੀ ਕਰਨਾ ਪੈਂਦਾ ਆ, ਇਹਨਾਂ ਨੂੰ ਮੇਨਟੇਨ ਕਰਨ ਲਈ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਆ। ਸੋ ਵੇਖੋ, ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਵੀ ਇਹ ਪ੍ਰੋਪਰ ਮਾਤਰਾ ਵਿੱਚ ਤੁਹਾਨੂੰ ਵੇਖਣ ਨੂੰ ਨਹੀਂ ਮਿਲਦੀਆਂ ਇਹ ਸਾਰੀਆਂ ਸਹੂਲਤਾਵਾਂ, ਜਿਹਦੇ ਕਰਕੇ ਅਸੀਂ ਲੋਕਾਂ ਨੂੰ, ਅਸੀਂ ਦੀ ਮੈਂ ਤੇ ਗੱਲ ਕੀਤੀ ਹੈ, ਸਰਕਾਰ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਮੈਂ ਇੰਡੀਵਿਜੂਅਲੀ ਕੀ ਕਰ ਸਕਦਾ ਆ? ਇੱਥੇ ਸਾਰਾ ਯੋਗਦਾਨ ਜਿਹੜਾ ਹੈਗਾ ਆ ਸਰਕਾਰ ਨੇ ਹੀ ਕਰਨਾ ਆ ਨਾ। ਸਰਕਾਰ ਕੀ ਕਰ ਸਕਦੀ? ਅਸੀਂ ਲੋਕਾਂ ਨੂੰ ਸਹੀ ਜਿਹੜੀਆਂ ਸਿਹਤ ਸਹੂਲਤਾਵਾਂ ਨੇ ਜੀ ਉਹ ਪ੍ਰੋਵਾਈਡ ਨਹੀਂ ਕਰਵਾ ਪਾਉਂਦੀ। ਸੋ ਇੱਥੇ ਆਪਾਂ ਇੱਕ ਕਹਾਣੀ ਵੀ ਪੜ੍ਹ ਲੈਂਦੇ ਹਾਂ, ਹਕੀਮ ਸ਼ੇਖ ਦੀ ਕਹਾਣੀ ਪੜ੍ਹਦੇ ਹਾਂ। ਜਿਵੇਂ ਐਜ਼ ਯੂਜ਼ੁਅਲ ਆਪਾਂ ਹਰੇਕ ਵਾਰ ਇਹਨਾਂ NCERT ਦੇ ਚੈਪਟਰਾਂ ਨੂੰ ਆਪਾਂ ਸਟੋਰੀ ਦੇ ਥਰੂ ਵੀ ਸਮਝਦੇ ਹੁੰਦੇ ਹਾਂ। ਵੈਸੇ ਤਾਂ ਕੁਝ ਸਟੋਰੀਜ਼ ਦੇ ਸਿਰ ਪੈਰ ਨਹੀਂ ਹੁੰਦੇ, ਮਤਲਬ ਕਿ ਉਹ ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ ਲਿਖੀਆਂ ਹੁੰਦੀਆਂ ਨੇ। ਸੋ ਕਈ ਵਾਰ ਮੈਂ ਇਹੋ ਜਿਹੀਆਂ ਸਟੋਰੀਜ਼ ਨੂੰ ਮੈਂ ਨਹੀਂ ਵੀ ਇੱਥੇ ਨੋਟ ਕਰਦਾ ਹੁੰਨਾ, ਬਟ ਕੁਝ ਸਟੋਰੀਜ਼ ਮੈਨੂੰ ਇੰਪੋਰਟੈਂਟ ਲੱਗਦੀਆਂ ਹੁੰਦੀਆਂ ਨੇ, ਮੈਂ ਉਹਨਾਂ ਨੂੰ ਐਡ ਵੀ ਕਰ ਲੈਂਦਾ ਹੁੰਨਾ। ਜਿਵੇਂ ਕਿ ਹਕੀਮ ਸ਼ੇਖ ਦੀ ਕਹਾਣੀ ਇੱਥੇ ਦੱਸੀ ਹੋਈ ਆ। ਹਕੀਮ ਸ਼ੇਖ ਕਿੱਥੋਂ ਦਾ ਪਰਸਨ ਹੈਗਾ ਜੀ? ਹਕੀਮ ਸ਼ੇਖ ਪੱਛਮੀ ਬੰਗਾਲ ਵਿੱਚ ਕੀ ਹੈਗਾ, ਮਜ਼ਦੂਰਾਂ ਦੀ ਇੱਕ ਸੰਸਥਾ ਹੈਗੀ ਆ ਜਿਹਦਾ ਕੀ ਨਾਮ ਹੈਗਾ ਆ PBKMS। ਕੀ ਨਾਮ ਹੈਗਾ ਜੀ? ਪੱਛਮੀ ਬੰਗਾ ਖੇਤ ਮਜ਼ਦੂਰ ਸਮਿਤੀ। ਇਸ ਸਮਿਤੀ ਦਾ ਮੈਂਬਰ ਹੈਗਾ ਕੌਣ? ਹਕੀਮ ਸ਼ੇਖ ਦੀ ਮੈਂ ਗੱਲ ਕਰ ਰਿਹਾ। ਇੱਕ ਵਾਰ ਕੀ ਕਰ ਰਿਹਾ ਸੀਗਾ ਜੀ, 1992 ਦੀ ਗੱਲ ਆ। 1992 ਵਿੱਚ ਸ਼ਾਮ ਦਾ ਸਮਾਂ ਸੀਗਾ, ਅਚਾਨਕ ਚਲਦੀ ਰੇਲ ਗੱਡੀ ਤੋਂ ਡਿੱਗ ਗਿਆ। ਚਲਦੀ ਰੇਲ ਗੱਡੀ ਤੋਂ ਡਿੱਗਣ ਕਰਕੇ ਇਹਦੇ ਸਿਰ ਵਿੱਚ ਸੱਟ ਲੱਗ ਗਈ। ਸੱਟ ਲੱਗਣ ਕਰਕੇ ਕੀ ਹੋ ਗਿਆ, ਕੋਲਕਾਤਾ ਵਿੱਚ ਇਹਨੂੰ, ਮਤਲਬ ਕਿ ਉੱਥੇ ਨਾ ਇਹਨੂੰ ਅਚਾਨਕ ਇਲਾਜ ਦੀ ਲੋੜ ਤਾਂ ਪੈਣੀ ਸੀਗੀ। ਹੁਣ ਸਿਰ ਵਿੱਚ ਸੱਟ ਲੱਗ ਗਈ, ਰੇਲ ਗੱਡੀ ਤੋਂ ਡਿੱਗ ਗਿਆ। ਸੋ ਕੋਲਕਾਤਾ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਨ ਤੋਂ, ਮਤਲਬ ਇਹਨੂੰ ਲੈ ਗਏ ਪਹਿਲਾਂ ਤਾਂ, ਵੀ ਜਦੋਂ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਦੇ ਵਿੱਚ, ਉੱਥੇ ਇਹਨੂੰ ਦਾਖਲ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਉੱਥੇ ਉਸ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵਾਧੂ ਬੈੱਡ ਨਹੀਂ ਸੀ। ਵਾਧੂ ਬੈੱਡ ਨਾ ਹੋਣ ਕਰਕੇ ਇਹਨੂੰ ਦਾਖਲ ਨਾ ਕੀਤਾ ਗਿਆ। ਤੇ ਇਸ ਤਰ੍ਹਾਂ ਇਹਨੇ 3-4 ਹੋਰ ਗੇੜੇ ਲਗਾਏ, ਉੱਥੇ ਵੀ ਕੁਝ ਇਸ ਤਰ੍ਹਾਂ ਦਾ ਬਹਾਨਾ ਲਗਾ ਦਿੱਤਾ ਗਿਆ, ਜਾਂ ਫਿਰ ਕਹਿ ਲਓ ਕਿ ਪ੍ਰੋਪਰ ਜੀ ਡਾਕਟਰ ਨਹੀਂ ਸੀ ਕਿਤੇ, ਕਦੇ ਕੋਈ ਨਹੀਂ ਸੀ, ਕਦੇ ਕਹਿੰਦੇ ਵੀ ਕਿ ਇੱਥੇ ਤੁਹਾਨੂੰ ਐਡਮਿਟ ਨਹੀਂ ਕੀਤਾ ਜਾ ਸਕਦਾ। ਸੋ ਜਦੋਂ ਇਹ ਸਾਰੀ ਗੱਲ ਹੋਈ ਤੇ ਇਹਨੂੰ 14 ਘੰਟੇ ਇਸ ਹਾਲਤ ਦੇ ਵਿੱਚ ਹੀ ਇੱਧਰ ਉੱਧਰ ਫਿਰਨਾ ਪਿਆ। 14 ਘੰਟਿਆਂ ਤੱਕ ਇਹਨੇ, ਇਸ ਪਰਸਨ ਨੇ, ਇਸ ਬੰਦੇ ਨੇ ਇਸ ਤਰ੍ਹਾਂ ਹੀ ਸਫ਼ਰ ਕੀਤਾ। ਤੇ ਇਹ ਸਾਰਾ ਕੁਝ ਹੋਣ ਤੋਂ ਬਾਅਦ ਇਹਨੇ ਲਗਭਗ 8 ਵੱਖ-ਵੱਖ ਹਸਪਤਾਲਾਂ ਵਿੱਚ ਗੇੜੇ ਕੱਢੇ ਤੇ ਕਿਸੇ ਵੀ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ। ਥੱਕ ਹਾਰ ਕੇ ਇਸ ਪਰਸਨ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਲੈਣਾ ਪਿਆ। ਪ੍ਰਾਈਵੇਟ ਹਸਪਤਾਲ ਦਾ ਫਿਰ ਤੁਹਾਨੂੰ ਪਤਾ ਹੀ ਆ, ਸਰਕਾਰੀ ਹਸਪਤਾਲਾਂ ਵਿੱਚ ਜਿਹੜੀ ਫੀਸ ਹੁੰਦੀ ਹੈ, ਜਿਹੜੀ ਕਿ ਤੁਸੀਂ ਭੁਗਤਾਨ ਕਰਨਾ ਹੁੰਦਾ, ਉਹ ਇੰਨਾ ਜ਼ਿਆਦਾ ਨਹੀਂ ਹੁੰਦਾ। ਬਟ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਫੀਸ ਬਹੁਤ ਜ਼ਿਆਦਾ ਹੁੰਦੀ ਹੈ। ਟ੍ਰੀਟਮੈਂਟ ਕਰਵਾਇਆ ਤੇ ਇੱਥੇ ਖਰਚਾ ਬਹੁਤ ਜ਼ਿਆਦਾ ਹੋ ਗਿਆ। ਹੁਣ ਵੇਖੋ ਇਹ ਪਰਸਨ ਕਿੰਨਾ ਕੁ ਅਮੀਰ ਹੋਊਗਾ, ਬਹੁਤ ਜ਼ਿਆਦਾ ਅਮੀਰ ਨਹੀਂ ਹੋਣਾ, ਗਰੀਬ ਜਿਹਾ ਪਰਸਨ ਸੀਗਾ। ਤੇ ਹਕੀਮ ਸ਼ੇਖ ਮਤਲਬ ਬੜਾ ਡਿਸਅਪੁਆਇੰਟ ਹੋਇਆ ਕਿ ਯਾਰ ਮੈਂ 8 ਹਸਪਤਾਲਾਂ ਵਿੱਚ ਗਿਆ, ਮੈਨੂੰ ਕਿਸੇ ਨੇ ਦਾਖਲ ਨਹੀਂ ਕੀਤਾ, ਇਹ ਕੀ ਹਾਲਤ ਹੈਗੀ ਹੈ। ਸੋ ਇੱਥੇ ਵੇਖੋ ਹਕੀਮ ਸ਼ੇਖ ਤੇ PBKMS ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਪੱਛਮ ਬੰਗਾ ਖੇਤ ਮਜ਼ਦੂਰ ਸਮਿਤੀ ਨੇ ਅਦਾਲਤ ਵਿੱਚ ਕੇਸ ਦਾਇਰ ਕਰਤਾ ਕਿ ਬਈ ਮੈਂ 8 ਹਸਪਤਾਲਾਂ ਵਿੱਚ ਗਿਆ ਤੇ ਮੇਰਾ ਇਲਾਜ ਨਹੀਂ ਕੀਤਾ ਗਿਆ, ਹੈ ਨਾ ਵੀ, ਤੇ ਕੀ ਕੀਤਾ ਜਾ ਸਕਦਾ ਹੁਣ ਦੱਸੋ। ਅਦਾਲਤ ਵਿੱਚ ਇਹਨਾਂ ਨੇ ਕੇਸ ਠੋਕਤਾ। ਇਹ ਕੇਸ ਕਰਨ ਤੋਂ ਬਾਅਦ ਇਹਦਾ ਕੀ ਨਤੀਜਾ ਆਇਆ ਹੋਊਗਾ? ਵੈਸੇ ਜੇ ਆਪਾਂ ਗੱਲ ਕਰਦੇ ਹਾਂ ਇਸ ਨਤੀਜੇ ਦੀ, ਤਾਂ ਇਹਦੇ ਵਿੱਚ ਕੋਰਟ ਨੇ ਫੈਸਲਾ ਲਿਆ ਹਕੀਮ ਸ਼ੇਖ ਦੇ ਪੱਖ ਵਿੱਚ। ਇਹਨਾਂ ਨੇ ਗੱਲ ਕੀਤੀ ਕਿ ਹਕੀਮ ਸ਼ੇਖ ਦਾ ਜਿਹੜਾ ਮਾਮਲਾ ਸੀਗਾ, ਸਾਰਿਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਕਿਹਦਾ ਕੰਮ ਹੈਗਾ ਆ? ਸਰਕਾਰ ਦਾ ਮੁੱਢਲਾ ਫਰਜ਼ ਹੈ।
ਐਂਡ ਜੀਵਨ ਦਾ ਅਧਿਕਾਰ ਦੀ ਰਾਖੀ ਕਰਨਾ। ਵੈਸੇ ਜੀਵਨ ਦੇ ਅਧਿਕਾਰ ਦੀ ਰਾਈਟ ਟੂ ਆਪਾਂ ਲਾਈਫ ਕਹਿ ਦਿੰਦੇ ਆ, ਵੈਸੇ ਕਿਹੜੇ ਆਰਟੀਕਲ 'ਚ ਦੱਸਿਆ ਹੋਇਆ? ਰਾਈਟ ਟੂ ਲਿਵ ਦਾ ਜਿਹੜਾ ਆਰਟੀਕਲ ਹੈਗਾ ਆ, ਇਹ ਤੁਹਾਨੂੰ ਆਰਟੀਕਲ 21 ਵਿੱਚ ਵੇਖਣ ਨੂੰ ਮਿਲੇਗਾ। ਆਰਟੀਕਲ 21 ਦੇ ਵਿੱਚ ਲਿਖਿਆ ਹੋਇਆ, ਆਰਟੀਕਲ 21 ਵਿੱਚ ਕੀ ਲਿਖਿਆ ਹੋਇਆ? ਰਾਈਟ ਟੂ ਲਿਵ, ਮਤਲਬ ਕਿ ਜੀਵਨ ਦਾ ਅਧਿਕਾਰ ਆ, ਜਿਉਣ ਦਾ ਅਧਿਕਾਰ ਹੈਗਾ, ਇਹ ਤਾਂ ਸਾਰਿਆਂ ਨੂੰ ਹੈਗਾ ਨਾ, ਤੇ ਇਹਦੀ ਰਾਖੀ ਕਰਨਾ ਕਿਹਦਾ ਫਰਜ਼ ਆ? ਸਰਕਾਰ ਦਾ ਫਰਜ਼ ਹੈ। ਤੇ ਅਦਾਲਤ ਨੇ ਰਾਜ ਸਰਕਾਰ ਨੂੰ ਕੀ ਫੈਸਲਾ ਦਿੱਤਾ? ਅਦਾਲਤ ਨੇ ਰਾਜ ਸਰਕਾਰ ਨੂੰ ਕਿਹਾ ਕਿ ਇਲਾਜ ਤੇ ਉਹਨੇ ਜਿੰਨੇ ਪੈਸੇ ਖਰਚ ਕੀਤੇ ਸੀ ਨਾ, ਤੁਸੀਂ ਉਹਨੂੰ ਵਾਪਸ ਉਹਨੂੰ ਪੈਸੇ ਦਿਓ। ਕਿਉਂ ਦਿਓ? ਕਿਉਂਕਿ ਉਹ ਕਿਹੜਾ ਆਪਦੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਗਿਆ ਸੀਗਾ, 8 ਹਸਪਤਾਲਾਂ ਵਿੱਚ ਗਿਆ ਤੇ ਉਹਨੂੰ ਵਾਪਸ ਮੋੜ ਦਿੱਤਾ ਗਿਆ। ਇਹ ਤਾਂ ਫਿਰ ਹੁਣ ਸਟੇਟ ਸਰਕਾਰਾਂ ਦੀ ਡਿਊਟੀ ਹੈਗੀ ਆ ਕਿ ਬਈ ਉਸ ਪਰਸਨ ਨੂੰ ਇੰਨਾ ਹੈਲਪਲੈਸ ਕਿਉਂ ਫੀਲ ਕਰਨਾ ਪਿਆ। ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਉਹਨੂੰ ਪ੍ਰੋਪਰ ਜਿਹੜੀਆਂ ਫੈਸਿਲਿਟੀਜ਼ ਨੇ ਉਹ ਪ੍ਰੋਵਾਈਡ ਕਰਵਾਈਆਂ ਜਾਣ। ਸੋ ਇੱਥੇ ਸਰਕਾਰ ਦੀ ਖੁਦ ਦੀ ਗਲਤੀ ਸੀਗੀ ਐਂਡ ਕੋਰਟ ਨੇ ਵੀ ਇਹਨਾਂ ਦੇ ਹੱਕ ਵਿੱਚ, ਹਕੀਮ ਸ਼ੇਖ ਦੇ ਪੱਖ ਵਿੱਚ ਫੈਸਲਾ ਲਿਆ ਸੀ। ਸਿਹਤ ਸਹੂਲਤਾਂ ਨੂੰ ਆਪਾਂ ਮੁੱਖ 2 ਸ਼੍ਰੇਣੀਆਂ ਵਿੱਚ ਵੰਡਦੇ ਹਾਂ। ਜਿਵੇਂ ਪਹਿਲਾਂ ਆਪਾਂ ਕਹਿ ਦਿੰਦੇ ਹਾਂ ਜਨਤਕ ਸਿਹਤ ਸੇਵਾਵਾਂ, ਜਿਹੜੀਆਂ ਕਿ ਮੇਨਲੀ ਪਬਲਿਕ ਹੁੰਦੀਆਂ ਨੇ, ਸਰਕਾਰੀ ਹੁੰਦੀਆਂ ਨੇ। ਉਸ ਤੋਂ ਬਾਅਦ ਆ ਗਿਆ ਜੀ ਨਿੱਜੀ ਸਿਹਤ ਸਹੂਲਤਾਵਾਂ। ਇਹ ਜਿਹੜੀਆਂ ਸਹੂਲਤਾਵਾਂ ਹੁੰਦੀਆਂ ਨੇ ਇਹ ਪ੍ਰਾਈਵੇਟ ਸੈਕਟਰ ਦੁਆਰਾ ਦਿੱਤੀਆਂ ਜਾਂਦੀਆਂ ਨੇ। ਸੋ ਇਹ 2 ਸਹੂਲਤਾਵਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਤੇ ਜਿਹੜੀਆਂ ਜਨਤਕ ਸਿਹਤ ਸੇਵਾਵਾਂ ਨੇ, ਸ਼ਹਿਰਾਂ ਵਿੱਚ ਤਾਂ ਤੁਹਾਨੂੰ ਜਿਹੜੇ ਹਸਪਤਾਲ ਨੇ, ਸਰਕਾਰੀ ਹਸਪਤਾਲ, ਉਹ ਵੇਖਣ ਨੂੰ ਮਿਲਣਗੇ ਜ਼ਿਲ੍ਹਾ ਪੱਧਰ ਤੇ। ਜੇ ਕੋਈ ਵੱਡਾ ਜ਼ਿਲ੍ਹਾ ਆ ਤੇ ਉੱਥੇ ਤੁਹਾਨੂੰ ਮਲਟੀਪਲ ਤੁਹਾਨੂੰ ਹਸਪਤਾਲ ਵੇਖਣ ਨੂੰ ਮਿਲ ਸਕਦੇ ਆ। ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਹੁੰਦੇ ਨੇ ਜੀ, ਪ੍ਰਾਇਮਰੀ ਹੈਲਥ ਸੈਂਟਰ ਪਿੰਡਾਂ ਵਿੱਚ ਵੇਖਣ ਨੂੰ ਮਿਲਦੇ ਆ, PHC ਕਹਿ ਦਿੰਦੇ ਆ। ਤੇ ਇੱਥੇ ਤੁਹਾਨੂੰ ਕੁਝ ਨਰਸਾਂ, ਇੱਕ ਅੱਧੀ ਨਰਸ ਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਇਹ ਕੰਮ ਕਰਦੇ ਹੈਗੇ ਆ। ਸੋ ਇਹ ਤੁਹਾਨੂੰ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦਾ ਆ। ਐਂਡ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਨਿੱਜੀ ਸਿਹਤ ਸਹੂਲਤਾਵਾਂ ਦੀ, ਨਿੱਜੀ ਸਿਹਤ ਸਹੂਲਤਾਵਾਂ ਦੇ ਵਿੱਚ ਆਪਾਂ ਅੱਜ ਦੀ ਗੱਲ ਕਰ ਲੈਂਦੇ ਆ ਕਿ ਅੱਜ ਦੇ ਟਾਈਮ ਵਿੱਚ ਪ੍ਰਾਈਵੇਟ ਹਸਪਤਾਲ ਤੁਸੀਂ ਵੇਖੇ ਹੋਣੇ ਆ। ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਿੰਨੀ ਜ਼ਿਆਦਾ ਫੀਸ ਲਈ ਜਾਂਦੀ ਹੈ, ਕਿੰਨਾ ਜ਼ਿਆਦਾ ਭੁਗਤਾਨ ਤੁਹਾਡੇ ਤੋਂ ਕਰਵਾਇਆ ਜਾਂਦਾ। ਇਲਾਜ ਕਰਾਉਣ ਲਈ ਪੈਸੇ ਬਹੁਤ ਜ਼ਿਆਦਾ ਲੱਗਦੇ ਆ, ਦਵਾਈਆਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਲਿਖੀਆਂ ਜਾਂਦੀਆਂ ਨੇ ਉਹਨਾਂ ਦੁਆਰਾ। ਸੋ ਵੱਡੀ ਗਿਣਤੀ ਵਿੱਚ ਜਿਹੜੇ ਡਾਕਟਰ ਨੇ ਆਪਣੀ ਜਿਹੜੀ ਨਿੱਜੀ ਕਲੀਨਿਕ ਹੈਗੀ ਆ ਜੀ, ਉਹ ਚਲਾ ਰਹੇ ਹੁੰਦੇ ਆ। ਪੇਂਡੂ ਖੇਤਰਾਂ ਵਿੱਚ ਤੁਹਾਨੂੰ RMPS ਵੇਖਣ ਨੂੰ ਮਿਲਦੇ ਆ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੇਖਣ ਨੂੰ ਮਿਲਦੇ ਹੈਗੇ ਆ ਜੀ, ਪ੍ਰਾਈਵੇਟ ਹੀ ਕਹਿ ਸਕਦੇ ਆ ਇਹਨਾਂ ਨੂੰ। ਐਂਡ ਸ਼ਹਿਰਾਂ ਵਿੱਚ ਤੁਹਾਨੂੰ ਕਾਫੀ ਸਾਰੀਆਂ ਸਹੂਲਤਾਵਾਂ ਪ੍ਰਾਈਵੇਟ ਐਜ਼ ਅ ਪ੍ਰਾਈਵੇਟ, ਮਤਲਬ ਮੈਂ ਗੱਲ ਕਰ ਰਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਵੇਂ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ ਜਿੱਥੇ ਟੈਸਟ ਕੀਤੇ ਜਾਂਦੇ ਨੇ, ਲੈਬੋਰਟਰੀਜ਼ ਹੁੰਦੀਆਂ ਨੇ, ਐਕਸ-ਰੇ ਦੀ ਜਿਹੜੀ ਸਰਵਿਸ ਹੈਗੀ ਆ, ਅਲਟਰਾਸਾਊਂਡ ਦੀ ਜਿਹੜੀਆਂ ਫੈਸਿਲਿਟੀਜ਼ ਨੇ, ਇਹ ਸ਼ਹਿਰਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਇਹ ਮੈਂ ਨਿੱਜੀ ਹਸਪਤਾਲਾਂ ਦੀ ਗੱਲ ਕਰ ਰਿਹਾ। ਤੇ ਤੁਹਾਨੂੰ ਮੈਂ ਇੱਕ ਯੂਨੀਸੈਫ ਦੀ ਰਿਪੋਰਟ ਦੱਸਦਾ ਹਾਂ। ਯੂਨੀਸੈਫ ਪਤਾ ਕੀ ਕਹਿੰਦੀ ਹੈ? ਯੂਨੀਸੈਫ ਨੇ ਕਿਹਾ ਆ ਕਿ ਹਰ ਸਾਲ 10 ਲੱਖ ਤੋਂ ਵੱਧ ਜਿਹੜੇ ਬੱਚੇ ਨੇ ਪ੍ਰੀਵੈਂਟੇਬਲ ਇਨਫੈਕਸ਼ਨ ਕਾਰਨ ਮਰ ਜਾਂਦੇ ਆ। ਇਹਦਾ ਕੀ ਮਤਲਬ ਹੈਗਾ ਜੀ? ਪ੍ਰੀਵੈਂਟੇਬਲ ਇਨਫੈਕਸ਼ਨ ਦਾ ਮਤਲਬ ਕਿ ਕੁਝ ਇਸ ਤਰ੍ਹਾਂ ਦੇ ਇਨਫੈਕਸ਼ਨ ਜਿਨ੍ਹਾਂ ਤੋਂ ਬਚਾਅ ਕੀਤਾ ਜਾ ਸਕਦਾ ਸੀਗਾ, ਮਤਲਬ ਉਹਨਾਂ ਬਚਾਅ ਕੀਤਾ ਜਾ ਸਕਦਾ ਸੀ, ਫਿਰ ਵੀ ਹਰ ਸਾਲ 10 ਲੱਖ ਜਿਹੜੇ ਬੱਚੇ ਨੇ ਉਹ ਮਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਹੋ ਸਕਦਾ ਪ੍ਰੋਪਰ ਮੈਡੀਕਲ ਫੈਸਿਲਿਟੀਜ਼ ਨਾ ਮਿਲਦੀਆਂ ਹੋਣ। ਸੋ ਆਪਣੇ ਦੇਸ਼ ਵਿੱਚ ਆਬਾਦੀ ਵੀ ਜ਼ਿਆਦਾ ਹੈ, ਹੈ ਨਾ, ਮਤਲਬ ਕਿ ਆਪਾਂ ਨੂੰ ਬਟ ਫੈਸਿਲਿਟੀਜ਼ ਸਾਰੇ ਲੋਕਾਂ ਨੂੰ ਪ੍ਰੋਪਰ ਨਹੀਂ ਮਿਲ ਪਾਉਂਦੀ। ਜਿਵੇਂ ਕਿ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਨੇ ਪ੍ਰਾਈਵੇਟ ਵਿੱਚ ਤਾਂ ਵੱਧਦੀ ਜਾ ਰਹੀ ਹੈ, ਬਟ ਗੌਰਮੈਂਟ ਵਿੱਚ ਕਹਿ ਸਕਦੇ ਹਾਂ ਕਿ ਉਸ ਲੈਵਲ ਦਾ ਕੰਮ ਵੇਖਣ ਨੂੰ ਨਹੀਂ ਮਿਲਦਾ। ਅੱਜ ਤੁਸੀਂ ਚਲ ਜਾਓ ਸਰਕਾਰੀ ਹਸਪਤਾਲ ਦੇ ਵਿੱਚ, ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਣਗੀਆਂ, ਹੋ ਸਕਦਾ ਤੁਹਾਨੂੰ ਅੱਜ ਦੇ ਟਾਈਮ ਵਿੱਚ ਬੈੱਡ ਵੀ ਨਾ ਮਿਲੇ। ਐਂਡ ਮੈਡੀਕਲ ਕਾਉਂਸਲ ਆਫ ਇੰਡੀਆਜ਼ ਕੋਡ ਆਫ ਮੈਡੀਕਲ ਐਥਿਕਸ ਕੀ ਕਹਿੰਦੇ ਆ ਜੀ? ਇਹਨਾਂ ਦੁਆਰਾ ਕਿਹਾ ਜਾਂਦਾ ਕਿ ਹਰ ਡਾਕਟਰ ਨੂੰ ਜੈਨਰਿਕ ਨਾਮਾਂ ਨਾਲ ਦਵਾਈਆਂ ਪ੍ਰਿਸਕ੍ਰਾਈਬ ਕਰਨੀਆਂ ਚਾਹੀਦੀਆਂ ਨੇ। ਵੈਸੇ ਇਹਦਾ ਕੀ ਮਤਲਬ ਹੈਗਾ ਜੀ? ਵੈਸੇ ਇਹਦਾ ਮਤਲਬ ਹੈਗਾ ਕਿ ਕਈ ਵਾਰ ਤੁਸੀਂ ਡਾਕਟਰ ਕੋਲ ਜਾਂਦੇ ਹੋ, ਪ੍ਰਾਈਵੇਟ ਡਾਕਟਰ ਕੋਲ ਗਏ ਤੁਸੀਂ, ਉਹਨਾਂ ਨੇ ਕੁਝ ਦਵਾਈਆਂ ਲਿਖਤੀਆਂ ਹੁੰਦੀਆਂ ਤੇ ਜਿਹੜੀਆਂ ਦਵਾਈਆਂ ਲਿਖੀਆਂ ਹੁੰਦੀਆਂ ਨੇ ਉਹ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ। ਹੋ ਸਕਦਾ ਉਹ ਸੇਮ ਦਵਾਈ ਕਿਸੇ ਹੋਰ ਕੰਪਨੀ ਦੀ, ਮਤਲਬ ਨਾਰਮਲ ਕੰਪਨੀ ਜਿਹਨੂੰ ਤੁਸੀਂ ਇੱਥੇ ਲਿਖਿਆ ਹੋਇਆ ਜੈਨਰਿਕ ਨਾਮ ਨਾਲ ਵੀ ਉੱਥੇ ਜੇ ਲਿਖ ਦੇਣ ਤਾਂ ਉਹ ਸੇਮ ਦਵਾਈ ਉਹਨਾਂ ਨੂੰ ਬਹੁਤ ਜ਼ਿਆਦਾ ਸਸਤੀ ਪੈਣੀ ਆ, ਬਟ ਜਿਹੜੀ ਉਹਨਾਂ ਨੇ ਬ੍ਰਾਂਡ ਵਾਲੀ ਦਵਾਈ ਲਿਖੀ ਹੋਊਗੀ ਉਹ ਬਹੁਤ ਜ਼ਿਆਦਾ ਮਹਿੰਗੀ ਪਊਗੀ। ਸੋ ਇਹ ਆਪ ਵੀ ਕਹਿੰਦੇ ਆ ਕਿ ਡਾਕਟਰਾਂ ਨੂੰ ਜੈਨਰਿਕ ਨਾਮਾਂ ਨਾਲ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਪ੍ਰਿਸਕ੍ਰਾਈਬ ਕਰਨੀਆਂ ਚਾਹੀਦੀਆਂ ਨੇ। ਸੋ ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਜਿਹੜੇ ਮਰੀਜ਼ ਹੋਣਗੇ ਜੀ ਉਹਨਾਂ ਨੂੰ ਇੰਨਾ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਪੈਣਾ ਆ। ਸੋ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ। ਭਾਰਤ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਜਨਤਕ ਜਿਹੜੀਆਂ ਸੇਵਾਵਾਂ ਨੇ ਉਹ ਇੰਨੀ ਜ਼ਿਆਦਾ ਆਪਾਂ ਨੂੰ ਨਹੀਂ ਵੇਖਣ ਨੂੰ ਮਿਲਦੀ। ਆਮ ਲੋਕਾਂ ਦਾ ਇਲਾਜ ਲਈ ਉਹਨਾਂ ਨੂੰ ਪੈਸੇ ਉਧਾਰ ਲੈਣੇ ਪੈਂਦੇ ਆ। ਜੇ ਮੈਂ ਅੱਜ ਦੀ ਟਾਈਮ ਦੀ ਗੱਲ ਕਰਾਂ ਕਿ ਲੋਕਾਂ ਕੋਲ ਇੰਨੇ ਪੈਸੇ
ਨਹੀਂ ਹੁੰਦੇ, ਕਿਉਂਕਿ ਲੋਕ ਜਿਹੜੇ ਹੁੰਦੇ ਨੇ ਉਹਨਾਂ ਕੋਲ ਇੰਨੇ ਜ਼ਿਆਦਾ ਪੈਸੇ ਨਾ ਹੋਣ ਕਰਕੇ ਉਹ ਕੀ ਕਰਨਗੇ, ਜਦੋਂ ਕੋਈ ਬਿਮਾਰ ਹੋ ਗਿਆ ਤੇ ਉਹਨਾਂ ਨੂੰ ਪੈਸੇ ਉਧਾਰੇ ਫੜਨੇ ਪੈਣੇ ਆ, ਤੇ ਪੈਸੇ ਉਧਾਰੇ ਫੜਨੇ ਪੈਣੇ ਆ, ਦਵਾਈਆਂ ਮਹਿੰਗੀਆਂ ਬਹੁਤ ਹੁੰਦੀਆਂ ਨੇ, ਤੇ ਔਸਤਨ ਇੱਥੇ ਗੱਲ ਕੀਤੀ ਜਾਂਦੀ ਹੈ ਕਿ 20% ਆਬਾਦੀ ਲੋੜ ਪੈਣ ਤੇ ਦਵਾਈਆਂ ਅਫੋਰਡ ਨਹੀਂ ਕਰ ਸਕਦੀ। ਮਤਲਬ ਕਿ ਤੁਸੀਂ ਵੇਖ ਲਓ 20% ਆਬਾਦੀ ਜ਼ਰੂਰਤ ਪੈਣ ਤੇ ਦਵਾਈਆਂ ਵੀ ਨਹੀਂ ਖਰੀਦ ਸਕਦੀ। ਮਤਲਬ ਇੰਨੇ ਆਪਣੇ ਭਾਰਤ ਦੀ ਇਹ ਹਾਲਤ ਹੈਗੀ ਆ ਐਕਚੁਅਲ ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਅਕੋਰਡਿੰਗ ਟੂ ਸਟੱਡੀ ਕਹਿ ਸਕਦੇ ਹਾਂ ਕਿ ਪੜ੍ਹਾਈ ਮਤਲਬ ਕੁਝ ਅਧਿਐਨ ਹੋਏ ਆ, ਉਸ ਦੇ ਅਕੋਰਡਿੰਗ 40% ਜਿਹੜੇ ਹਸਪਤਾਲਾਂ ਵਿੱਚ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਹਸਪੀਟਲ ਦੀ ਫੀਸ ਦੇਣ ਲਈ ਵੀ ਉਹਨਾਂ ਨੂੰ ਉਧਾਰਾ ਫੜਨਾ ਪੈਂਦਾ ਆ, ਤੇ ਇਹ ਗੱਲ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਤੇ ਗਰੀਬ ਜਿਹੜੇ ਲੋਕ ਹੁੰਦੇ ਨੇ ਇਹ ਵਧੀਆ ਪਾਣੀ, ਪੀਣ ਵਾਲੇ ਪਾਣੀ ਦੀ ਮੈਂ ਗੱਲ ਕਰ ਰਿਹਾ, ਲੋੜੀਂਦਾ ਰਿਹਾਇਸ਼ ਤੇ ਇਹਨਾਂ ਨੂੰ ਸਾਫ਼ ਸੁਥਰਾ ਮਾਹੌਲ ਵੀ ਨਹੀਂ ਮਿਲਦਾ। ਤੇ ਕਈ ਵਾਰ ਫੀਮੇਲਸ ਨੂੰ, ਜ਼ਿਆਦਾ ਨਹੀਂ ਬਟ ਕਿਤੇ ਕਿਤੇ ਫੀਮੇਲਸ ਨੂੰ ਲੋੜ ਪੈਣ ਤੇ ਡਾਕਟਰ ਕੋਲ ਵੀ ਨਹੀਂ ਲਿਜਾਇਆ ਜਾਂਦਾ। ਜੇ ਤਾਂ ਕੋਈ ਮੇਲ ਮੈਂਬਰ ਹੋ ਗਿਆ ਘਰ ਵਿੱਚ ਬਿਮਾਰ ਫਿਰ ਤਾਂ ਉਹਦਾ ਧਿਆਨ ਜ਼ਿਆਦਾ ਰੱਖਿਆ ਜਾਊਗਾ, ਬਟ ਜੇ ਕੋਈ ਉਹੀ ਫੀਮੇਲ ਹੋਊਗੀ ਘਰ ਦੇ ਵਿੱਚ, ਕੋਈ ਲੇਡੀਜ਼ ਹੋਊਗੀ, ਫਿਰ ਕਈ ਵਾਰ ਵੇਖਿਆ ਜਾਂਦਾ ਕਿ ਇੰਨਾ ਜ਼ਿਆਦਾ ਧਿਆਨ ਉਹਦੇ ਤੇ ਨਹੀਂ ਦਿੱਤਾ ਜਾਂਦਾ, ਜਿਹਦੇ ਕਰਕੇ ਉਹਨੂੰ ਫਿਊਚਰ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਉਹਨੂੰ ਪ੍ਰੋਪਰ ਮੈਡੀਕਲ ਫੈਸਿਲਿਟੀਜ਼ ਵੇਖਣ ਨੂੰ ਨਹੀਂ ਮਿਲਦੀਆਂ। ਸਰਕਾਰ ਕੀ ਕਰ ਸਕਦੀ ਹੈ? ਸਰਕਾਰ ਮੋਬਾਈਲ ਕਲੀਨਿਕ ਚਲਾ ਸਕਦੀ ਹੈ। ਇਹ ਕੀ ਮੋਬਾਈਲ ਕਲੀਨਿਕ ਮਤਲਬ ਕਿ ਫੋਨ ਦੇ ਵਿੱਚ ਕੋਈ ਮੋਬਾਈਲ ਕਲੀਨਿਕ? ਬਿਲਕੁਲ ਨਹੀਂ। ਮੋਬਾਈਲ ਕਲੀਨਿਕ ਦਾ ਮਤਲਬ ਹੈਗਾ ਕਿ ਕੁਝ ਇਸ ਤਰ੍ਹਾਂ ਦੀਆਂ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਪਿੰਡਾਂ ਵਿੱਚ ਜਾ ਸਕਦੀਆਂ ਨੇ, ਕੁਝ ਰਿਮੋਟ ਏਰੀਆ ਵਿੱਚ ਜਾ ਸਕਦੀਆਂ ਨੇ, ਕੁਝ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਕਿ ਸਾਰੀਆਂ ਫੈਸਿਲਿਟੀਜ਼ ਤੋਂ ਲੈਸ ਹੁੰਦੀਆਂ ਨੇ, ਉਹਦੇ ਵਿੱਚ ਸਾਰੀਆਂ ਫੈਸਿਲਿਟੀਜ਼ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਉਸ ਗੱਡੀ ਦੇ ਵਿੱਚ, ਜਿਹਦੇ ਵਿੱਚ ਉਹ ਪਿੰਡਾਂ ਵਿੱਚ ਜਾ ਕੇ, ਕਿਸੇ ਰਿਮੋਟ ਏਰੀਆ ਵਿੱਚ ਜਾ ਕੇ ਹਫ਼ਤੇ ਤੋਂ ਹਫ਼ਤੇ ਵਿੱਚ ਲੋਕਾਂ ਦਾ ਜਿਹੜਾ ਇਲਾਜ ਹੈਗਾ ਆ ਉਹ ਕੀਤਾ ਜਾ ਸਕਦਾ ਆ। ਸੋ ਪੇਂਡੂ ਖੇਤਰਾਂ ਵਿੱਚ ਸਰਕਾਰ ਇਹ ਕੰਮ ਵੀ ਕਰ ਸਕਦੀ ਹੈ। ਐਂਡ ਸਰਕਾਰ ਹੋਰ ਵੀ ਕਾਫੀ ਸਾਰੇ ਐਫਰਟ ਕਰ ਸਕਦੀ ਹੈ, ਲੋਕਾਂ ਨੂੰ ਵਧੀਆ ਪੀਣ ਦਾ ਪਾਣੀ ਪ੍ਰੋਵਾਈਡ ਕਰਵਾ ਸਕਦੀ ਹੈ, ਸਾਫ਼ ਸਫਾਈ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੀ ਹੈ, ਪਾਣੀ ਨਾ ਕਿਤੇ ਖੜਾ ਹੋਵੇ, ਮਤਲਬ ਕਿ ਪਾਣੀ ਤੋਂ ਹੀ ਮਤਲਬ ਇੰਨੀਆਂ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਨੇ। ਸੋ ਲੋਕਾਂ ਨੂੰ ਜਾਗਰੂਕ ਦੇ ਨਾਲ ਨਾਲ ਸਰਕਾਰ ਕੁਝ ਐਕਸਟਰਾ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਵਾ ਸਕਦੀ ਹੈ। 1966 ਵਿੱਚ ਆਪਾਂ ਕੇਰਲ ਮਾਡਲ ਵੇਖ ਲੈਂਦੇ ਹਾਂ ਕਿ 1966 ਵਿੱਚ ਕੇਰਲ ਸਰਕਾਰ ਨੇ ਕੀ ਕੀਤਾ, ਕੇਰਲ ਸਰਕਾਰ ਨੇ ਆਪਦੇ ਬਜਟ ਦਾ ਜਿਹੜਾ 40% ਹਿੱਸਾ ਸੀਗਾ ਉਹ ਪੰਚਾਇਤਾਂ ਨੂੰ ਦੇ ਦਿੱਤਾ ਕਿ ਲਓ ਭਾਈ ਤੁਸੀਂ ਆਪਦੇ ਅਕੋਰਡਿੰਗ ਕੀ ਕਰ ਸਕਦੇ ਹੋ। 40% ਇਹਨਾਂ ਨੇ ਕਿਹਾ ਕਿ ਬਜਟ ਦਾ ਜਿਹੜਾ 40% ਹਿੱਸਾ ਆ ਉਹ ਪੰਚਾਇਤਾਂ ਨੂੰ ਦੇ ਦਿੱਤਾ, ਤੇ ਪੰਚਾਇਤਾਂ ਨੂੰ ਕੀ ਕਿਹਾ ਕਿ ਉਹ ਖੁਦ ਯੋਜਨਾਵਾਂ ਬਣਾ ਸਕਦੇ ਹਨ ਪੀਣ ਵਾਲਾ ਜਿਹੜਾ ਪਾਣੀ ਹੈਗਾ ਆ। ਸੋ ਇਹਦਾ ਮਤਲਬ ਇਹ ਹੈ ਕਿ ਕੇਰਲ ਸਰਕਾਰ ਨੇ ਜਦੋਂ ਇਹ ਫੈਸਲਾ ਲੈ ਲਿਆ, ਬਜਟ ਬਣਾਤਾ ਕਿ 40% ਹਿੱਸਾ ਪੰਚਾਇਤਾਂ ਨੂੰ ਦੇਤਾ, ਤੇ ਪੰਚਾਇਤਾਂ ਹੁਣ ਕੀ ਕਰ ਸਕਦੀਆਂ ਸੀ, ਉਹ ਜਿਹੜੀਆਂ ਪੰਚਾਇਤਾਂ ਸੀਗੀਆਂ ਹੁਣ ਉਹ ਪਾਣੀ ਦੇ ਉੱਤੇ ਕੰਮ ਕਰ ਸਕਦੀਆਂ ਸੀ, ਭੋਜਨ ਤੇ ਉਹਨਾਂ ਨੇ ਕੰਮ ਕੀਤਾ, ਵਧੀਆ ਭੋਜਨ ਪ੍ਰੋਵਾਈਡ ਕਰਾਉਣ ਦਾ, ਔਰਤਾਂ ਦੇ ਵਿਕਾਸ ਤੇ ਸਿੱਖਿਆ ਤੇ ਸਿਹਤ ਕੇਂਦਰਾਂ ਵਿੱਚ ਸੁਧਾਰ ਕਰਨ ਦਾ ਜਿਹੜਾ ਕੰਮ ਸੀਗਾ ਉਹਨਾਂ ਦੁਆਰਾ ਮਤਲਬ ਇਹ ਕੰਮ ਸੀਗਾ ਉਹ ਕੀਤਾ ਗਿਆ, ਤੇ ਇਹਦਾ ਕਿਤੇ ਨਾ ਕਿਤੇ ਫਿਰ ਪੋਜ਼ਿਟਿਵ ਜਿਹੜਾ ਇਫੈਕਟ ਹੈਗਾ ਆ ਉਹ ਵੀ ਵੇਖਣ ਨੂੰ ਮਿਲੂਗਾ ਨਾ। ਸੋ ਇਹ ਜਿਹੜੀ ਗੱਲ ਸੀਗੀ ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਆ ਕੇਰਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਸੀਗਾ ਉਹ ਕੀਤਾ ਗਿਆ ਸੀਗਾ 1966 ਵਿੱਚ। ਇਸ ਤੋਂ ਬਾਅਦ ਆਪਾਂ ਕੋਸਟਾ ਰੀਕਾ ਜਿਹੜੀ ਹੈਗੀ ਆ ਇਹਦੀ ਅਪਰੋਚ ਦੀ ਵੀ ਗੱਲ ਕਰ ਲੈਂਦੇ ਆ ਕਿ ਮੱਧ ਅਮਰੀਕਾ ਵਿੱਚ ਤੁਹਾਨੂੰ ਕੋਸਟਾ ਰੀਕਾ ਨਾਮ ਦਾ ਜਿਹੜਾ ਦੇਸ਼ ਹੈਗਾ ਜੀ ਇਹ ਵੇਖਣ ਨੂੰ ਮਿਲਦਾ ਆ। ਮੱਧ ਅਮਰੀਕਾ ਦਾ ਸਭ ਤੋਂ ਸਿਹਤਮੰਦ ਦੇਸ਼ ਆਪਾਂ ਇਹਨੂੰ ਕਹਿੰਦੇ ਆ। ਇਹਨਾਂ ਨੇ ਕੀਤਾ ਕੀ ਆ, ਇਹਨਾਂ ਨੇ ਕਿਹਾ ਕਿ ਯਾਰ ਸੰਵਿਧਾਨ ਵਿੱਚ ਇਹਨਾਂ ਨੇ ਚੇਂਜਸ ਕਰਤੇ ਕਿ ਅਸੀਂ ਫੌਜ ਰੱਖਾਂਗੇ ਹੀ ਨਹੀਂ, ਫੌਜ ਨਾ ਰੱਖਣਗੇ ਤੇ ਕੀ ਹੋਊਗਾ, ਫੌਜ ਵਾਲਾ ਪੈਸਾ ਕਿਤੇ ਨਾ ਕਿਤੇ ਫਿਰ ਇਹ ਪ੍ਰੋਡਕਟਿਵ ਕੰਮ ਵਾਲੇ ਪਾਸੇ ਲਗਾਉਣਗੇ ਨਾ। ਮਤਲਬ ਮੰਨ ਲਓ ਕੋਈ ਪਰਸਨ, ਕੋਈ ਦੇਸ਼ ਫੌਜ ਨਹੀਂ ਰੱਖ ਰਿਹਾ ਆਪਦੀ ਰਾਖੀ ਲਈ, ਫੌਜ ਨਾ ਰੱਖਣ ਕਰਕੇ ਉਹ ਸਾਰਾ ਪੈਸਾ ਸਿੱਖਿਆ ਅਤੇ ਸਿਹਤ ਤੇ ਲਗਾਇਆ ਜਾਵੇ। ਸਿੱਖਿਆ ਅਤੇ ਸਿਹਤ ਤੇ ਜਦੋਂ ਉਹ ਪੈਸਾ ਲਗਾਇਆ ਜਾਊਗਾ ਤੇ ਹਾਈਅਰ ਰਿਟਰਨਸ ਆਉਣਗੇ, ਲੌਂਗ ਟਰਮ ਦੀ ਮੈਂ ਗੱਲ ਕਰ ਰਿਹਾ। ਸੋ ਜਿਹਦੇ ਨਾਲ ਕੀ ਹੋਊਗਾ, ਜਿਹਦੇ ਨਾਲ ਉਹਨਾਂ ਨੇ ਹੋਰ ਕੀ ਕੀਤਾ, ਇਹੀ ਸੇਮ ਪੈਸਾ ਪੋਰਟੇਬਲ ਪੀਣ ਵਾਲਾ ਜਿਹੜਾ ਪਾਣੀ ਹੁੰਦਾ ਆ ਉਹਦੇ ਤੇ ਲਗਾਇਆ ਗਿਆ, ਸਵੱਛਤਾ ਸਾਫ਼ ਸਫਾਈ ਤੇ ਲਗਾਇਆ ਗਿਆ, ਐਂਡ ਪੋਸ਼ਣ ਤੇ ਵੀ ਧਿਆਨ ਦਿੱਤਾ ਗਿਆ। ਠੀਕ ਹੈ ਜੀ, ਮਤਲਬ ਕਿ ਨਿਊਟ੍ਰੀਸ਼ਨ ਵਗੈਰਾ ਜਿਹੜਾ ਬੱਚਿਆਂ ਨੂੰ ਪ੍ਰੋਵਾਈਡ ਕਰਾਉਣਾ ਆ, ਫੀਮੇਲਸ ਨੂੰ ਪ੍ਰੋਵਾਈਡ ਕਰਾਉਣਾ ਆ, ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਦਿੱਤਾ ਗਿਆ। ਸੋ ਇਹਦੇ ਨਾਲ ਹੋਊਗਾ ਕਿ ਉਹ ਦੇਸ਼ ਬਹੁਤ ਤੇਜ਼ੀ ਨਾਲ ਤਰੱਕੀ ਕਰੂਗਾ, ਤੇ ਇੱਥੇ ਲਿਖਿਆ ਵੀ ਤਾਂ ਹੋਇਆ ਕਿ ਮੱਧ ਅਮਰੀਕਾ ਦਾ ਸਭ ਤੋਂ ਸਿਹਤਮੰਦ ਦੇਸ਼ ਵੀ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ, ਬਟ ਕੀ ਇਹ ਭਾਰਤ ਦੇ ਕੇਸ ਵਿੱਚ ਹੋ ਸਕਦਾ ਹੈ? ਬਿਲਕੁਲ ਨਹੀਂ, ਕਿਉਂਕਿ ਆਪਣੇ ਜਿਹੜੇ ਨੇਬਰਸ ਨੇ ਜੀ ਉਹ ਬੜੇ ਹੀ ਸ਼ਾਂਤ ਤਰੀਕੇ ਦੇ ਹੈਗੇ ਆ। ਇਹ ਮੈਂ ਸਰਕਾਸਟਿਕ ਵੇ ਨਾਲ ਕਹਿ ਰਿਹਾ, ਮਤਲਬ ਇਹ ਕਿ ਆਪਣੇ ਜਿਹੜਾ ਤਣਾਅ ਹੈਗਾ ਆ ਬਣਿਆ ਰਹਿੰਦਾ ਬਾਰਡਰਾਂ ਦੇ ਉੱਤੇ, ਐਂਡ ਆਪਣੇ ਬਾਰਡਰਾਂ ਦੇ ਉੱਤੇ ਤਣਾਅ ਬਣੇ ਰਹਿਣ ਕਰਕੇ ਆਪਾਂ ਨੂੰ ਬਹੁਤ ਸਾਰਾ ਪੈਸਾ ਕਿਤੇ ਖਰਚ ਕਰਨਾ ਪੈਂਦਾ ਆ, ਆਰਮੀ ਦੇ ਉੱਤੇ ਖਰਚ ਕਰਨਾ ਪੈਂਦਾ ਆ। ਬਟ ਅੱਜ ਦੇ ਟਾਈਮ ਵਿੱਚ ਸ਼ਕਤੀਸ਼ਾਲੀ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਦਰਵਾਈਜ਼ ਜਿਹੜੇ
ਹੋਰ ਕੰਟਰੀਜ਼ ਨੇ ਉਹ ਆਪਣੇ ਉੱਤੇ ਹਮਲਾ ਕਰ ਦੇਣਗੇ ਐਂਡ ਆਪਾਂ ਕੀ ਕਰ ਸਕਦੇ ਹਾਂ, ਆਪਾਂ ਉਸ ਸਿਚੁਏਸ਼ਨ ਵਿੱਚ ਕੁਝ ਨਹੀਂ ਕਰ ਸਕਦੇ। ਆਪਾਂ ਸਿੱਖਿਆ ਦੇ ਮਾਮਲੇ ਵਿੱਚ, ਹੈਲਥ ਦੇ ਮਾਮਲੇ ਵਿੱਚ ਫਿਰ ਉਦੋਂ ਕੰਮ ਜ਼ਰੂਰੀ ਬਿਲਕੁਲ ਹੈਗੇ ਆ, ਬਟ ਦੇਸ਼ ਦੀ ਸਿਕਿਉਰਿਟੀ ਵੀ, ਸੁਰੱਖਿਆ ਵੀ, ਉਹ ਵੀ ਚੀਜ਼ ਜਿਹੜੀ ਹੈਗੀ ਆ, ਇਸ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ। ਬਾਕੀ ਮੇਰੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ ਕਿ ਇਸ ਪਾਰਟ ਵਿੱਚ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ ਉਹ ਤੁਹਾਨੂੰ ਮੈਂ ਐਕਸਪਲੇਨ ਕਰਾਂ। ਹੋ ਸਕਦਾ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਹੜੀਆਂ ਕਿ ਮੈਂ ਵੈਸੇ ਐਡ ਕਰ ਦਿੱਤੀਆਂ, ਜਿਹੜੀਆਂ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ ਹੈਗੀਆਂ, ਬਟ ਚੈਪਟਰ ਸਮਝਣ ਲਈ, ਚੈਪਟਰ ਨੂੰ ਸਿਸਟਮੈਟਿਕ ਤਰੀਕੇ ਨਾਲ ਸਮਝਣ ਲਈ ਆਪਾਂ ਨੂੰ ਸਾਰੀਆਂ ਗੱਲਾਂ ਐਡ ਕਰਨੀਆਂ ਪੈਂਦੀਆਂ ਨੇ। ਸੋ ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬਲੈਸ ਯੂ ਆਲ।